ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਪੰਜਾਬ ਦੀਆਂ ਮੁੱਖ ਖਬਰਾਂ ਤੋਂ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ। ਸਰ, ਆਪ ਸਰਕਾਰ ਭਗਵੰਤ ਮਾਨ ਤੇ ਵਿਰੋਧੀ ਧਿਰਾਂ ਨੇ ਕੰਸ ਦੱਸਿਆ, ਉਹਨਾਂ ਨੇ ਮਜ਼ਾਕ ਉਡਾਇਆ ਵੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਖਪਤਕਾਰਾਂ ਨੂੰ 24 ਘੰਟੇ ਦੀ ਬਿਜਲੀ ਸਪਲਾਈ ਦਾ, ਤੇ ਰਾਜ ਦੇ ਕਈ ਇਲਾਕਿਆਂ ਦੇ ਵਿੱਚ 10 ਤੋਂ 13 ਘੰਟੇ ਸਪਲਾਈ ਮਿਲ ਰਹੀ ਹੈ ਤੇ ਕਈ ਇਲਾਕਿਆਂ 'ਚ ਹੋਰ ਵੀ ਮਾੜਾ ਹਾਲ ਹੈ। ਦੇਖੋ, ਕਾਂਗਰਸ ਸਰਕਾਰ ਬਿਲਕੁਲ ਤੰਜ ਕਰ ਸਕਦੀ, ਕਾਂਗਰਸ ਦੇ ਲੋਕੀ ਕਰ ਸਕਦੇ ਨੇ, ਕਿਉਂਕਿ ਉਹਨਾਂ ਨੇ ਤਾਂ ਵੇਖੋ 24 ਘੰਟੇ ਬਿਜਲੀ ਦਿੰਦੇ ਸੀ। ਇੰਨੀ ਸ਼ਾਨਦਾਰ ਪੰਜਾਬ ਹੁੰਦਾ ਸੀ ਕਾਂਗਰਸ ਰਾਜ ਦੇ ਅੰਦਰ, ਤੇ ਮੈਨੂੰ ਨਹੀਂ ਪਤਾ ਪੰਜਾਬੀਆਂ ਨੇ ਕਿਉਂ ਚੇਂਜ ਕਰਤਾ। ਪਰ ਮੈਂ ਜੇ ਸੀਰੀਅਸਲੀ ਇਸ ਗੱਲ 'ਤੇ ਆਵਾਂ, ਇਹ ਜੋਕਸ ਅਪਾਰਟ, ਕਿ ਗੌਰਮੈਂਟ ਨੂੰ ਇਸ ਬਾਰੇ ਸੋਚਣਾ ਚਾਹੀਦਾ। ਪਲੈਨਿੰਗ ਵਧੀਆ ਹੋਣੀ ਚਾਹੀਦੀ। ਆਪਾਂ ਕੱਲ੍ਹ ਵੀ ਡਿਸਕਸ਼ਨ ਕੀਤੀ ਹੈ PPSCL ਨੂੰ, ਦੇ ਸ਼ੁੱਡ ਬੀ ਸਮਾਰਟਰ ਅਬਾਊਟ ਇਟ। ਪਲੈਨਿੰਗ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ। ਕੰਜ਼ੰਪਸ਼ਨ ਵੀ ਸਾਨੂੰ ਵੀ ਥੋੜ੍ਹਾ ਜਿਹਾ ਰਿਸਪੋਂਸੀਬਲ ਹੋਣਾ ਪਏਗਾ ਕਿ ਆਪਾਂ ਹਰ ਥਾਂ 'ਤੇ AC ਨਾ ਚਲਾਈ ਜਾਈਏ, ਹਰ ਵੇਲੇ AC ਨਾ ਚਲਾਈਏ। ਲੋੜ ਅਨੁਸਾਰ ਬਿਜਲੀ ਦੀ ਵਰਤੋਂ, ਵੇਸਟੇਜ ਘੱਟ ਕਰੋ। ਸਾਡੀ ਰਿਸਪੋਂਸੀਬਿਲਿਟੀ, ਆਪਾਂ ਚਲੋ ਲੋਕਾਂ ਦੀ ਵੀ ਮੰਨਦੇ ਹਾਂ, ਪਰ ਸਰਕਾਰ ਦੀ ਪਲੈਨਿੰਗ ਦੀ ਬਹੁਤ ਵੱਡੀ ਕਮੀ ਰਹੀ ਆ। ਗਰਮੀਆਂ ਆ ਰਹੀਆਂ ਨੇ, ਇੰਨਾ ਪਤਾ ਹੋਣਾ ਚਾਹੀਦਾ ਕਿ ਸਾਨੂੰ ਹੁਣ ਕਿਹੜੀ ਚੀਜ਼ ਦੀ ਕਦੋਂ ਮੇਨਟੇਨੈਂਸ ਕਰਨੀ ਆ, ਕਿਵੇਂ ਸਪਲਾਈ ਬਹਾਲ ਕਰਨੀ ਆ, ਤਾਂ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਦੇ ਪਾਈਏ। ਆਫਕੋਰਸ ਉਹਨਾਂ ਦਾ ਵਾਅਦਾ ਸੀ 24 ਘੰਟੇ ਬਿਜਲੀ, ਅਤੇ ਅੱਜ ਚਲੋ ਆਪਾਂ 1.5 ਮਹੀਨਾ ਹੋਇਆ, ਆਪਾਂ ਹਮੇਸ਼ਾ ਬੈਨੀਫਿਟ ਆਫ ਡਾਊਟ ਉਹਨਾਂ ਨੂੰ ਦੇਵਾਂਗੇ, ਕੁਛ ਮਹੀਨੇ ਤੱਕ ਦੇਵਾਂਗੇ, ਬਟ ਇਹ ਚੀਜ਼ ਬੈਟਰ ਪਲੈਨਿੰਗ ਨਾਲ ਬਹੁਤ ਵਧੀਆ ਤਰੀਕੇ ਨਾਲ ਸੋਲਵ ਹੋ ਸਕਦੀ ਸੀ। ਗੌਰਮੈਂਟ ਦਾ ਧਿਆਨ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਹੋਣਾ ਚਾਹੀਦਾ ਹੈ। ਵੇਖੋ, ਕਈ ਵਾਰੀ ਨਾ ਗੌਰਮੈਂਟ ਆਪਣਾ ਧਿਆਨ ਕਈ ਵਾਰੀ ਨੋਨ ਇੰਪੋਰਟੈਂਟ ਇਸ਼ੂਜ਼ ਵੱਲ ਚੱਲ ਜਾਂਦਾ ਹੈ, ਜਿਹੜੀਆਂ ਉਹਨਾਂ ਨੂੰ ਸ਼ਾਇਦ ਪੋਲੀਟੀਕਲ ਮਾਈਲੇਜ ਦੇਣ ਜਾਂ ਨਾ ਦੇਣ, ਪਰ ਤੁਸੀਂ ਆਇਓ ਜਨਤਾ ਦੀ ਸੇਵਾ ਕਰਨ ਜੀ। ਅਤੇ ਬਿਜਲੀ ਤੋਂ ਬਿਨਾਂ ਇਹ ਨਹੀਂ ਹੈ ਕਿ ਸਿਰਫ ਗਰਮੀ ਸਹਿਣੀ, ਇੰਡਸਟਰੀ 'ਤੇ ਬਹੁਤ ਫਰਕ ਪੈਂਦਾ, ਪ੍ਰੋਡਕਟੀਵਿਟੀ 'ਤੇ ਬਹੁਤ ਫਰਕ ਪੈਂਦਾ, ਫਸਲਾਂ ਦੀ ਸਿਕਿਉਰਿਟੀ, ਉਹਨਾਂ ਦੀ ਮੇਨਟੇਨੈਂਸ, ਕੋਲਡ ਸਟੋਰੇਜ, ਇਹਨਾਂ ਸਾਰੀਆਂ ਚੀਜ਼ਾਂ 'ਤੇ ਬਹੁਤ ਫਰਕ ਪੈਂਦਾ ਹੈ, ਅਤੇ ਕੋਸਟ ਆਫ ਡੂਇੰਗ ਬਿਜ਼ਨਸ ਬਹੁਤ ਵੱਧ ਜਾਂਦਾ ਹੈ। ਅਤੇ ਤੁਸੀਂ ਉਹ ਇਨਵਾਇਰਮੈਂਟ ਨਹੀਂ ਦੇ ਪਾਉਂਦੇ ਜਿਹੜੇ ਇਨਵੈਸਟਰ ਤੁਹਾਨੂੰ ਚਾਹੀਦੇ ਨੇ ਕੱਲ੍ਹ ਨੂੰ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ। ਸਾਡੇ ਕੋਲ ਆਪਾਂ ਇੱਕ ਵੈਲਫੇਅਰ ਸਟੇਟ ਵਾਂਗੂ ਬਣਾਉਣਾ ਚਾਹ ਰਹੇ ਹਾਂ ਕਿ ਵੀ ਆਪਾਂ ਫ੍ਰੀ ਬਿਜਲੀ ਦੇਣੀ ਆ, ਪਰ ਉਹਦੇ ਲਈ ਤੁਹਾਡੀ ਇਨਕਮ ਹੋਣੀ ਚਾਹੀਦੀ ਹੈ, ਰਾਈਟ। ਉਹ ਇਨਕਮ ਤਾਂ ਹੋਏਗੀ ਨਾ ਜੇ ਤੁਸੀਂ ਦੱਸੋਗੇ ਕਿ ਇੱਥੇ ਬਿਜਲੀ ਅਵੇਲੇਬਲ ਹੈ, ਘੱਟ ਰੇਟ ਦੇ ਉੱਤੇ ਅਵੇਲੇਬਲ ਹੈ, ਯੂ ਇਨਵੈਸਟ ਓਵਰ ਹੇਅਰ, ਤੁਹਾਨੂੰ ਸਰਟਨ ਇਨਫਰਾਸਟਰਕਚਰ, ਕਿਸੇ ਵੀ ਇਟ ਇਜ਼ ਮਿਊਜ਼ਿਕ ਟੂ ਦੀ ਈਅਰਸ ਆਫ ਕੋਈ ਵੀ ਬਿਜ਼ਨਸਮੈਨ, ਉਹਨੂੰ ਲੱਗੇ ਕਿ ਮੈਨੂੰ ਜਨਰੇਟਰ ਨਹੀਂ ਚਲਾਉਣਾ ਪਏਗਾ। ਅਤੇ ਪੰਜਾਬ ਦੇ ਵਿੱਚ ਅਨਫੋਰਚੂਨੇਟਲੀ ਪਿਛਲੇ ਕੁਛ ਦਿਨਾਂ ਤੋਂ ਜ਼ਿਆਦਾਤਰ ਪੂਰੀ ਸਟੇਟ ਦਾ ਬੁਰਾ ਹਾਲ ਹੋਇਆ ਪਿਆ, ਅਤੇ ਓਪੋਜੀਸ਼ਨ ਦਾ ਕੰਮ ਹੈ ਸਰਕਾਰ ਨੂੰ ਖਿੱਚਣਾ। ਚਲੋ ਥੋੜ੍ਹੇ ਜਿਹੇ ਹਿਊਮਰ ਦੇ ਨਾਲ ਕਹਿ ਰਹੇ ਨੇ, ਦੈਟ ਇਜ਼ ਗੁੱਡ, ਕਿ ਉਹ ਕਹਿ ਰਹੇ ਨੇ ਕਿ ਇਟ ਇਜ਼ ਨਾਟ ਅ ਲਾਫਟਰ ਚੈਲੰਜ, ਹੈ ਨਾ, ਇਹ ਸਰਕਾਰ ਚਲਾਉਣ ਦਾ ਚੈਲੰਜ ਹੈ, ਠੀਕ ਹੈ, ਥੋੜ੍ਹੇ ਜਿਹੇ ਫਨ ਐਂਡ ਬੈਂਟਰ ਨਾਲ ਹੋਣਾ ਚਾਹੀਦਾ, ਪਰ ਸਰਕਾਰ ਨੂੰ ਰਿਸਪੋਂਸੀਬਲ ਹੋਣਾ ਪਏਗਾ। ਸਰਕਾਰ ਨੂੰ ਇਸ ਚੀਜ਼ 'ਤੇ ਅਨਸਰੇਬਿਲਿਟੀ ਬਣਦੀ ਹੈ, ਕਿਉਂਕਿ ਇਹ ਇਸ਼ੂ ਬਹੁਤ ਸੀਰੀਅਸ ਹੋ ਗਿਆ। ਇਟ ਇਜ਼ ਆਫਟਰ ਸੋ ਮੈਨੀ ਈਅਰਸ ਵੀ ਆਰ ਫੇਸਿੰਗ ਸੱਚ ਸੀਰੀਅਸ ਸਿਚੁਏਸ਼ਨ ਇਨ ਇਟ। ਅਤੇ ਹੁਣ ਆਪਾਂ ਸਰਕਾਰ, ਇਹ ਕੋਈ ਨਵੀਆਂ ਚੀਜ਼ਾਂ ਤਾਂ ਹੈ ਨਹੀਂ, ਜਿਹੜੀਆਂ ਆਰਗੇਨਾਈਜੇਸ਼ਨ ਨੇ ਬੜੀ ਦੇਰ ਤੋਂ ਹੈਗੀਆਂ ਨੇ। ਤੁਸੀਂ ਇਹ ਬਿਜਲੀ ਦੇ ਬਾਰੇ ਤਾਂ ਇੰਨੀ ਜ਼ਿਆਦਾ ਡਿਸਕਸ਼ਨ ਹੋਈ ਹੈ ਇਸ ਇਲੈਕਸ਼ਨ 'ਚ, ਇਹ ਤਾਂ ਮੈਂ ਵੈਸੇ ਕਾਮਨ ਸੈਂਸ ਦੀ ਗੱਲ ਹੈ, ਜਿਸ ਬਾਰੇ ਤੁਸੀਂ ਸਭ ਤੋਂ ਜ਼ਿਆਦਾ ਗੱਲ ਕਰਦੇ ਪਏ ਹੋ ਉਹਦੀ ਤਿਆਰੀ ਕਰ ਲਓ, ਹੈ ਨਾ। ਉੱਥੇ ਹੀ ਆਪਾਂ ਐਟ ਫਾਲਟ ਦਿਖੀ ਜਾ ਰਹੇ ਹਾਂ। ਹਾਊ ਵਿਲ ਯੂ ਪ੍ਰੂਵ ਯੂਰ ਕੰਪੀਟੈਂਸ? ਅੱਜ ਸਭ ਤੋਂ ਵੱਡਾ ਡਾਊਟ ਜੋ ਓਪੋਜੀਸ਼ਨ ਦਾ ਸੀ, ਜਾਂ ਇਲੈਕਸ਼ਨ ਵੇਲੇ ਵੀ ਗੱਲ ਹੁੰਦੀ ਸੀ ਕਿ ਬਈ ਕੀ ਹੈ, ਸਰਕਾਰ ਦੇ ਲੋਕੀ ਕੰਪੀਟੈਂਟ ਨੇ? ਚਲੋ ਆਪਾਂ ਇਹਨਾਂ ਦੀ ਇਮਾਨਦਾਰੀ 'ਤੇ ਕੋਈ ਸ਼ੱਕ ਨਹੀਂ ਕਰਦੇ, ਪਰ ਕੀ ਇਹ ਕੰਪੀਟੈਂਟ ਨੇ? ਇਹ ਚਲਾ ਪਾਉਣਗੇ ਸਰਕਾਰ? ਕੀ ਇਹਨਾਂ ਦੀ ਉਹ ਕੈਪੇਬਿਲਿਟੀ ਹੈਗੀ ਆ? ਅੱਜ ਉਸ ਚੀਜ਼ ਦੇ ਉੱਤੇ ਕੁਐਸਚਨ ਖੜੇ ਹੋ ਰਹੇ ਨੇ, ਅਤੇ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸ ਚੀਜ਼ ਨੂੰ ਥੋੜ੍ਹਾ ਜਿਹਾ ਸੀਰੀਅਸਲੀ ਲੈਣਾ ਚਾਹੀਦਾ। ਉਹਨਾਂ ਦੀ ਜੋ ਵੀ ਉਹਨਾਂ ਦੀ ਇੰਟੈਂਸ਼ਨਸ ਦੇ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ, ਪਰ ਇਹਨਾਂ ਚੀਜ਼ਾਂ 'ਤੇ ਮਿਹਨਤ ਕਰਨ ਦੀ ਲੋੜ ਹੈ, ਸਮਾਰਟ ਲੋਕਾਂ ਨੂੰ ਇਨਵੋਲਵ ਕਰਨ ਦੀ ਲੋੜ ਹੈ। ਅਤੇ ਹੁਣ ਆਲਟਰਨੇਟ ਸ਼ਾਰਟ ਟਰਮ ਬਾਏ ਡਿਸੀਜ਼ਨ ਰੱਖੋ ਨਾ। ਤੁਸੀਂ ਸ਼ਾਰਟ ਟਰਮ ਵੀ ਤੁਸੀਂ ਪਰਚੇਜ਼ ਐਗਰੀਮੈਂਟ ਬਣਾ ਸਕਦੇ ਹੋ ਕਿ ਵੀ ਇਸ ਮਹੀਨੇ ਲਈ ਤੁਸੀਂ ਹਿਮਾਚਲ ਤੋਂ ਜਾਂ ਦੂਜੀਆਂ ਆਸ-ਪਾਸ ਦੀਆਂ ਸਟੇਟਸ ਤੋਂ ਜਾਂ ਕਿਸੇ ਹੋਰ ਤੋਂ ਯੂ ਕੈਨ ਬਾਏ ਐਨਰਜੀ। ਦੇਰ ਆਰ ਲੋਟ ਆਫ ਆਪਸ਼ਨਸ ਅਵੇਲੇਬਲ। ਸਾਡੇ ਵਿੱਚ ਇੱਕ ਵਿਲ ਪਾਵਰ ਅਤੇ ਇਸ ਚੀਜ਼ ਨੂੰ ਪ੍ਰਾਇਓਰਟਾਈਜ਼ ਕਰਨ ਦੀ ਜ਼ਰੂਰਤ ਹੈ। ਮੈਨੂੰ ਇਹ ਲੱਗਦਾ ਕਿ ਭਗਵੰਤ ਮਾਨ ਜੀ ਨੂੰ ਮੈਂ ਸਲਾਹ ਦਊਂਗਾ ਕਿ ਐਟਲੀਸਟ 6-7 ਮਹੀਨੇ ਇੱਥੋਂ ਨਾ ਨਿਕਲੋ, ਕਿਤੇ ਵੀ ਹੋਰ ਇਲੈਕਸ਼ਨ ਹੋ ਰਹੇ ਨੇ, ਕੁਛ ਨੇ, ਤੁਸੀਂ ਸਿਰਫ ਪੰਜਾਬ 'ਤੇ ਫੋਕਸ ਕਰੋ, ਪੰਜਾਬ ਲਈ ਕੰਮ ਕਰੋ, ਯੂ ਵਿਲ ਡੂ ਅ ਬੈਟਰ ਜੋਬ। ਜੇ ਤੁਹਾਡੇ ਅੱਜ ਉਹਨਾਂ ਦਾ ਕੱਦ ਵਧਿਆ, ਉਹ CM ਬਣੇ ਨੇ, ਉਹਨਾਂ ਦੀ ਲੋੜ ਆਮ ਆਦਮੀ ਪਾਰਟੀ ਨੂੰ ਬੜੀ ਥਾਂ 'ਤੇ ਪਏਗੀ, ਪਰ ਮੈਨੂੰ ਲੱਗਦਾ ਹੈ ਕਿ ਬਈ ਇਸ ਵੇਲੇ ਭਗਵੰਤ ਮਾਨ ਜੀ ਦੀ ਪ੍ਰਾਇਓਰਟੀ, ਉਹਨਾਂ ਦੀ ਟੀਮ ਦੀ ਪ੍ਰਾਇਓਰਟੀ ਸਿਰਫ ਅਤੇ ਸਿਰਫ ਪੰਜਾਬ ਹੋ ਜਾਣਾ ਚਾਹੀਦਾ। ਉਹ ਲੌਂਗ ਟਰਮ 'ਚ ਆਮ ਆਦਮੀ ਪਾਰਟੀ ਨੂੰ ਵੀ ਫਾਇਦਾ ਦੇਗੀ। 6 ਮਹੀਨੇ ਇੱਥੇ ਕੰਮ ਹੁੰਦਾ ਨਜ਼ਰ ਆਏਗਾ ਨਾ, ਆਪਣੇ ਆਪ ਹੀ ਉਹਨਾਂ ਨੇ ਐਡ ਦੇ ਦੇਣੀ ਹੈ, ਪਰ ਇੱਥੇ ਕੰਮ 'ਤੇ ਲੱਗ ਜਾਓ। ਇਹ ਨਿਊਜ਼ ਨਾ ਬਣਨ ਕਿ ਬਈ ਆਪਾਂ ਲੋਕਾਂ ਨੂੰ ਜੋ ਪ੍ਰੋਮਿਸ ਕੀਤਾ ਹੈ ਡਿਲੀਵਰ ਨਹੀਂ ਕਰ ਪਾ ਰਹੇ। ਇਹ ਖਬਰ ਸਰਕਾਰ ਦੀ ਜਿਹੜੀ ਇੱਕ ਲੋਕਾਂ ਨੇ ਬੜੇ ਭਰੋਸੇ ਨਾਲ ਇੱਕ ਵੇਵ ਚੱਲੀ ਸੀ ਕਿ ਬਈ ਆਮ ਆਦਮੀ ਪਾਰਟੀ ਨੂੰ ਲਿਆਉਣਾ, ਮਤਲਬ ਕਿ 92 ਸੀਟਾਂ ਦਿੱਤੀਆਂ ਨੇ,
ਤੇ ਹੁਣ ਉਹ ਉਨੀ ਵੱਡੀ ਰਿਸਪੌਂਸਿਬਿਲਟੀ ਹੈ, ਵਿਦ ਗ੍ਰੇਟ ਪਾਵਰ ਕਮਸ ਗ੍ਰੇਟ ਰਿਸਪੌਂਸਿਬਿਲਟੀ। ਉਹਨਾਂ ਨੂੰ ਡਿਲੀਵਰ ਕਰਨ ਦਾ ਟਾਈਮ ਹੈ। ਪੰਜਾਬ ਦੇ ਲੋਕਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ ਤੇ ਆਈ ਐਮ ਨਾਟ ਟਾਕਿੰਗ ਜਬ ਕਿ ਗਰਮੀ 'ਚ ਬਹਿਣਾ ਪੈ ਰਿਹਾ, ਕੰਮ ਰੁਕਦੇ ਪਏ ਆ, ਦਿਹਾੜੀਆਂ ਮਰਦੀਆਂ ਪਈਆਂ। ਇੱਕ ਵਰਕਰ ਜਿਹਨੇ ਕੰਮ ਕਰਨਾ ਸੀ, ਜੇ ਉਹਦੀ ਮਸ਼ੀਨ ਨਹੀਂ ਚੱਲਦੀ ਪਈ, ਉਹਦੀ ਦਿਹਾੜੀ ਮਰਦੀ ਹੈ। ਉਹ ਜਿਹੜਾ ਫੈਕਟਰੀ ਦਾ ਜਿਹੜਾ ਓਨਰ ਸੀ ਛੋਟੀਆਂ ਕੰਪਨੀਆਂ ਦੇ, ਸਮਾਲ ਐਂਡ ਮੀਡੀਅਮ, ਉਹਨੇ ਅਗਲੇ ਨੇ ਆਪਣਾ ਲੋਨ ਭਰਨਾ। ਜੇ ਉਦੋਂ ਉਹਦੀ ਪ੍ਰੋਡਕਸ਼ਨ ਨਹੀਂ ਹੋਈ, ਉਦੋਂ ਬਿਜ਼ਨਸ ਨਹੀਂ ਆਇਆ, ਉਹਦਾ ਲੋਨ ਤੇ ਡਿਫਾਲਟ ਹੁੰਦਾ ਹੈ, ਉਹਨੂੰ ਫਾਈਨ ਲੱਗਦਾ ਹੈ। ਗੌਰਮੈਂਟ ਨੂੰ ਥੋੜਾ ਸੈਂਸਿਟਿਵ ਹੋਣਾ ਪਏਗਾ ਇਹਨਾਂ ਚੀਜ਼ਾਂ ਲਈ ਕਿ ਇੱਕ ਇਹ ਗੱਲ ਨਹੀਂ ਹੈ ਕਿ ਬੱਤੀ ਨਹੀਂ ਹੈਗੀ। ਇਟ ਇਜ਼ ਅ ਵੈਰੀ ਵੈਰੀ ਸੀਰੀਅਸ ਪ੍ਰੋਬਲਮ। ਲਾਈਵਲੀਹੁੱਡ ਦੀ ਪ੍ਰੋਬਲਮ ਆ ਜਾਂਦੀ ਲੋਕਾਂ ਦੀ। ਹਸਪਤਾਲ ਨੇ, ਰਾਈਟ, ਲੋਕਾਂ ਨੂੰ ਮੈਡੀਕਲ ਐਮਰਜੈਂਸੀ ਸਰਵਿਸਿਜ਼ ਚਾਹੀਦੀਆਂ ਹੁੰਦੀਆਂ, ਉੱਥੇ ਆਪਰੇਸ਼ਨ ਥੀਏਟਰ ਚੱਲਦਾ ਪਿਆ ਤੇ ਉੱਥੇ ਬਿਜਲੀ ਦੇ ਕੱਟ ਲੱਗ ਜਾਣ, ਠੀਕ ਹੈ, ਬਹੁਤ ਵੱਡੀ ਪ੍ਰੋਬਲਮ ਹੈ। ਤੇ ਪੈਟਰੋਲ ਤੇ ਡੀਜ਼ਲ ਵਗੈਰਾ ਦੇ ਰੇਟ ਤੇ ਵੈਸੇ ਹੀ ਬਹੁਤ ਵਧੇ ਪਏ ਨੇ ਤੇ ਗੌਰਮੈਂਟ ਨੂੰ ਇਸ ਚੀਜ਼ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਕਿ ਵੀ ਨਿਕਲ ਜਾਏਗਾ, ਨਹੀਂ, ਇਹ ਬਹੁਤ ਸੀਰੀਅਸ ਪ੍ਰੋਬਲਮ ਹੈ। ਸਰ, ਗਵਰਨਮੈਂਟ ਦੀ ਰਿਸਪੌਂਸਿਬਿਲਟੀ ਦੇ ਨਾਲ ਲੋਕਾਂ ਦੀ ਰਿਸਪੌਂਸਿਬਿਲਟੀ ਦੀ ਵੀ ਗੱਲ ਕਰਦੇ ਹਾਂ। ਕਾਫੀ ਖਬਰਾਂ ਨਿਕਲ ਕੇ ਆ ਰਹੀਆਂ ਵੀ ਲੋਕਾਂ ਨੇ ਅਰਜੀ ਪਾਣੀ ਸ਼ੁਰੂ ਕਰਤੀ ਹੈ ਘਰਾਂ ਦੇ ਵਿੱਚ 2-2 ਮੀਟਰ ਲਵਾਉਣ ਦੀ। ਦੇਖੋ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਲੋਕੀ ਇਹਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਨਗੇ। ਗੌਰਮੈਂਟ ਨੂੰ ਆਪਣਾ ਡਿਸੀਜਨ ਲੈਣਾ, ਘੱਟ ਹੀ ਲੋਕੀ ਹੋਣਗੇ, ਕੁਝ ਘੱਟ ਲੋਕੀ ਹੋਣਗੇ। ਗੌਰਮੈਂਟ ਸਿੱਧਾ ਇੱਕ ਵਾਰੀ ਪ੍ਰੀਐਮਪਟਿਵ ਫਾਈਨ ਕਰ ਦੇ ਜੀ, ਇਹ ਗਲਤ ਇੰਟੈਂਸ਼ਨ ਨਾਲ ਹੈ, 2 ਲੱਖ ਰੁਪਏ ਦਾ ਫਾਈਨ ਪਾ ਦੇ ਇੱਕ ਬੰਦੇ ਨੂੰ, ਬਾਕੀਆਂ ਨੇ ਆਪ ਹੀ ਨਹੀਂ ਐਪਲੀਕੇਸ਼ਨ ਦੇਣੀ। ਸਰ, ਇਸ ਤੋਂ ਇਲਾਵਾ ਪੰਜਾਬ ਦੀ ਇੱਕ ਕਾਲਜ ਦੀ ਵਿਦਿਆਰਥਣ, ਕਾਲਜ ਸਟੂਡੈਂਟ ਨੂੰ 30 ਕਰੋੜ ਦੀ ਹੈਰੋਇਨ ਸਮੇਤ ਫੜਿਆ ਗਿਆ। ਦੇਖੋ, ਇਹ ਬਹੁਤ ਸੀਰੀਅਸ ਇਸ਼ੂ ਹੈ। ਸਾਡੇ ਯੂਥ ਜੇ ਇਹਨਾਂ ਚੀਜ਼ਾਂ ਨਾਲ ਇਨਵੋਲਵਡ ਨੇ। ਬਾਕੀ ਇਹਦੀ ਹਜੇ ਤਫਤੀਸ਼ ਹੋਏਗੀ ਕਿ ਬਈ ਕਾਲਜ ਦੇ ਬੱਚੇ ਇੰਨੀ ਵੱਡੀ ਸਮਗਲਿੰਗ 'ਚ ਉਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹਦਾ ਮਤਲਬ ਹੈ ਕਿ ਸਾਡੇ ਬੱਚਿਆਂ ਦਾ ਐਕਸੈਸ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਨੇ, ਮੇ ਬੀ ਸ਼ੀ ਇਜ਼ ਅ ਮਿਊਲ ਓਨਲੀ, ਕਿ ਬਈ ਉਹਦਾ ਕੰਮ ਸਿਰਫ ਸਮਾਨ ਇੱਥੋਂ ਲੈ ਕੇ ਜਾਣਾ ਸੀ, ਜਾਂ ਜਿਹੜਾ ਵੀ ਉਹਦੇ ਸਾਥੀ ਸਨ ਪ੍ਰੋਬਬਲੀ ਉਹ ਸਨ, ਉਹਨੂੰ ਨਹੀਂ ਵੀ ਪਤਾ ਸੀ, ਕੁਝ ਵੀ ਕੇਸ ਹੋ ਸਕਦਾ। ਬਟ ਦਾ ਪੁਆਇੰਟ ਇਜ਼ ਕਿ ਅੱਜ ਸਾਡਾ ਯੂਥ ਇਜ਼ ਅਵੇਲੇਬਲ, ਉਹਨੂੰ ਸਮਝ ਹੀ ਨਹੀਂ ਹੈ ਕੀ ਕਰਨਾ ਹੈ। ਉਹ ਲੋਕ ਐਂਟੀ ਸੋਸ਼ਲ ਪਾਕਿਸਤਾਨ ਤੋਂ ਆ ਰਹੀ ਹੈ। ਤੁਸੀਂ ਸੋਚੋ, ਪਾਕਿਸਤਾਨ ਬਾਰਡਰ ਤੋਂ, ਇਹ ਤਾਂ ਹੈ ਨਹੀਂ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਕੀ ਰੱਖਿਆ ਜਾ ਰਿਹਾ, ਕਿਸ ਤਰ੍ਹਾਂ ਰੱਖਿਆ ਜਾ ਰਿਹਾ ਹੈ ਨਾ। ਪਾਕਿਸਤਾਨ ਤੋਂ ਚੀਜ਼ ਆ ਰਹੀ ਹੈ, ਤੁਸੀਂ ਕਿਤੇ ਲੈ ਕੇ ਜਾਣੀ ਹੈ, ਪੁਲਿਸ ਦੀ ਰੇਡ ਪਈ ਹੈ, ਸਰਟਨ ਤੇ ਸਮਝ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਲੋਕਾਂ ਨਾਲ ਇਨਵੋਲਵਡ ਹੋ। ਤੇ ਇਹ ਇਸੇ ਕਰਕੇ ਲਾਅ ਐਂਡ ਆਰਡਰ ਡਰੱਗਸ ਦੇ ਉੱਤੇ ਸੀਰੀਅਸ ਇਸ਼ੂ ਹੈ। ਅੱਜ ਇਹਨਾਂ ਤੋਂ ਇਹ ਡਰੱਗਸ ਭਿਜਵਾਈਆਂ ਜਾ ਰਹੀਆਂ, ਕੱਲ ਬੰਬ ਕਿਉਂ ਨਹੀਂ ਰਖਵਾਇਆ ਜਾ ਸਕਦਾ? ਕੱਲ ਹੋਰ 10 ਚੀਜ਼ਾਂ ਕਰਵਾਈਆਂ ਜਾ ਸਕਦੀਆਂ। ਜਦ ਤੁਸੀਂ ਉਹਨਾਂ ਦੇ ਜਾਲ ਦੇ ਵਿੱਚ ਫਸ ਗਏ, ਤੁਸੀਂ ਇੱਕ ਵਾਰੀ ਕੰਮ ਕੀਤਾ, ਤੁਸੀਂ ਉਹਨਾਂ ਕੋਲ ਪੈਸੇ ਲਿੱਤੇ, ਦੈਨ ਦੇ ਬਲੈਕਮੇਲ ਯੂ, ਠੀਕ ਹੈ। ਉਹ ਤੁਹਾਨੂੰ ਨਸ਼ੇ ਦੇ ਆਦੀ ਵੀ ਬਣਾਉਣਗੇ ਤੇ ਉਹ ਤੁਹਾਨੂੰ ਯੂਜ਼ ਕਰਨਗੇ। ਜਿੱਥੇ ਵੀ ਉਹਨਾਂ ਨੇ ਕੋਈ ਵੀ ਐਂਟੀ ਇੰਡੀਆ ਕੰਮ ਕਰਵਾਉਣਾ ਹੈ, ਐਂਟੀ ਸਟੇਟ ਕੰਮ ਕਰਵਾਉਣਾ ਹੈ, ਤੁਸੀਂ ਉਹਨਾਂ ਦੇ ਲਈ ਸਭ ਤੋਂ ਆਸਾਨ ਟੂਲ ਬਣ ਜਾਂਦੇ ਹੋ। ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਸ ਬਾਰੇ ਬਹੁਤ ਹੀ ਸੀਰੀਅਸ ਹੋਣ ਦੀ ਲੋੜ ਹੈ। ਸੈਂਟਰਲ ਗੌਰਮੈਂਟ ਤੇ ਪੰਜਾਬ ਦੀ ਗੌਰਮੈਂਟ ਨੂੰ ਮਿਲ ਕੇ ਕਿ ਸਾਡੇ ਬੱਚੇ ਇਹੋ ਜਿਹੇ ਐਂਟੀ ਸੋਸ਼ਲ ਅਨਲੌਫੁਲ ਐਕਟੀਵਿਟੀਜ਼ ਦਾ ਪਾਰਟ ਨਾ ਬਣਨ, ਆਪਣੀ ਐਜੂਕੇਸ਼ਨ, ਆਪਣੇ ਕਰੈਕਟਰ ਡਿਵੈਲਪਮੈਂਟ, ਆਪਣੀ ਪਰਸਨੈਲਿਟੀ ਡਿਵੈਲਪਮੈਂਟ ਤੇ ਫੋਕਸ ਕਰਨ, ਚੰਗੀ ਤਰ੍ਹਾਂ ਦੀ ਉਹਨਾਂ ਨੂੰ ਇੰਪਲੋਇਮੈਂਟ ਮਿਲੇ। ਇਹ ਸਾਨੂੰ ਬਹੁਤ ਸੀਰੀਅਸਲੀ ਵੇਖਣ ਦੀ ਲੋੜ ਹੈ। ਅੱਜ ਐਜੂਕੇਸ਼ਨਿਸਟ ਨੂੰ ਇਕੱਠਾ ਕਰਨ ਦੀ ਲੋੜ ਹੈ, ਪ੍ਰਿੰਸੀਪਲਸ ਨੂੰ, ਜਿਹੜੇ ਪ੍ਰੋਫੈਸਰਸ ਨੇ, ਉਹਨਾਂ ਨੂੰ ਇਸ 'ਤੇ ਚਿੰਤਨ ਕਰਨ ਦੀ ਲੋੜ ਹੈ। ਗੌਰਮੈਂਟ ਤੇ ਐਜੂਕੇਸ਼ਨਲ ਸੁਸਾਇਟੀ ਨੂੰ ਮਿਲ ਕੇ ਕਿ ਅਸੀਂ ਆਪਣੇ ਬੱਚਿਆਂ 'ਚ ਕਰੈਕਟਰ ਕਿਵੇਂ ਡਿਵੈਲਪ ਕਰੀਏ, ਉਹਨਾਂ ਨੂੰ ਅਸੀਂ ਚੰਗੀਆਂ ਵੈਲਿਊ ਕਿਵੇਂ ਦਈਏ ਕਿ ਉਹ ਇਹਨਾਂ ਚੀਜ਼ਾਂ 'ਚ ਨਾ ਆਉਣ, ਅਸੀਂ ਉਹਨਾਂ ਨੂੰ ਮਿਹਨਤ ਕਰਨਾ ਕਿਵੇਂ ਸਿਖਾਈਏ। ਅੱਜ ਹਰ ਕੋਈ ਬੈਠੇ ਅਮੀਰ ਹੋਣਾ ਚਾਹੁੰਦਾ ਹੈ, ਸ਼ਾਰਟਕਟਸ ਚਾਹੁੰਦੇ ਨੇ। ਇਹਦੇ ਰਿਜ਼ਲਟ ਨੇ। ਇਹ ਐਗਜ਼ਾਮਪਲ ਸਾਰਿਆਂ ਨਾਲ ਸ਼ੇਅਰ ਕਰਨੇ ਚਾਹੀਦੇ ਕਿ ਐਗਜ਼ਾਮਪਲ ਸੈੱਟ ਕਰਨੇ ਚਾਹੀਦੇ ਨੇ ਕਿ ਦੇਰ ਇਜ਼ ਨੋ ਸ਼ਾਰਟਕਟ। ਤੁਸੀਂ ਮਿਹਨਤ ਕਰਨੀ ਸਿੱਖੋ, ਲਾਈਫ 'ਚ ਉਹੀ ਖੁਸ਼ੀ ਤੇ ਉਹੀ ਤੁਹਾਨੂੰ ਚੀਜ਼ ਗਰੋਥ ਦੇਏਗੀ। ਤੇ ਮੈਨੂੰ ਨਹੀਂ ਲੱਗਦਾ ਕਿ ਇੱਕ ਵਨ ਆਫ ਕੇਸ ਹੋਏਗਾ ਕਿ ਸਿਰਫ ਇਹ ਕੁੜੀ ਫੜੀ ਗਈ ਹੈ। ਦੇਰ ਵਿਲ ਬੀ ਸੋ ਮੈਨੀ ਅਦਰ ਪੀਪਲ ਜਿਹੜੇ ਇਨਵੋਲਵਡ ਹੋਣਗੇ। ਹੁਣ ਇੱਕ ਕੁੜੀ ਜੋ MSc ਕਰਦੀ ਪਈ ਆ, ਇੱਕ ਕਿ ਆਪਾਂ ਕਾਲਜ ਤੇ ਉਹਦਾ ਨਾਮ ਨਹੀਂ ਲੈ ਸਕਦੇ, ਬਟ ਦਾ ਪੁਆਇੰਟ ਇਜ਼ ਕਿ ਇਟ ਇਜ਼ ਅ ਵੈਰੀ ਵੈਰੀ ਸੀਰੀਅਸ ਮੈਟਰ। ਜੀ ਸਰ, ਡਰੱਗ ਟ੍ਰੈਫਿਕਿੰਗ ਨੂੰ ਕੰਟਰੋਲ ਕਰਨ ਲਈ ਪਹਿਲ ਦੇ ਆਧਾਰ ਤੇ ਕੀ ਕੀਤਾ ਜਾਵੇ? ਦੇਖੋ ਜੀ, ਇਹ ਖਬਰਾਂ ਆਉਂਦੀਆਂ ਰਹੀਆਂ ਨੇ ਕਿ ਜਿਹੜੇ ਬਾਰਡਰ ਲਾਗੇ ਥਾਣੇ ਦੇ ਵਿੱਚ SHO ਲੱਗਣ ਲਈ ਕਰੋੜਾਂ ਰੁਪਏ ਦੀ ਲੋਕ ਬਿੱਡ ਲਾਉਂਦੇ ਸੀ। ਕਿਉਂ ਲਾਉਂਦੇ ਸੀ? ਕਿਉਂਕਿ ਰਿਸ਼ਵਤ ਆਉਂਦੀ ਹੋਏਗੀ। ਆਪਾਂ ਲਾਸਟ ਟਾਈਮ ਥੋੜ੍ਹੇ ਦਿਨ ਪਹਿਲਾਂ ਇਹ ਗੱਲ ਕੀਤੀ ਸੀ ਕਿ ਜੇ ਉੱਤੋਂ ਮਿਨਿਸਟਰ ਇਮਾਨਦਾਰ ਹੋਣਗੇ, ਉਹ ਆਪਣਾ ਹਿੱਸਾ ਨਹੀਂ ਮੰਗਣਗੇ ਤੇ ਆਪਣੇ ਆਪ ਥੱਲੇ ਇਮਾਨਦਾਰੀ ਆਏਗੀ। ਇਹ ਤਾਂ ਬੜਾ ਇਮੀਡੀਏਟਲੀ ਫੋਨ ਕਰ ਦਿਓ ਕਿ ਬਈ ਜੇ ਹੁਣ ਕੋਈ ਇੱਕ ਵੀ ਡਰੱਗ ਫੜੀ ਗਈ, ਪੁਲਿਸ ਆਫਿਸਰ ਉਸ ਏਰੀਏ ਦਾ ਸਸਪੈਂਡ ਹੋ ਜਾਏਗਾ, ਉਸੇ ਵੇਲੇ ਉੱਤੇ ਐਕਸ਼ਨ ਹੋਏਗਾ, ਪਰਸਨਲੀ ਐਕਸ਼ਨ ਹੋਏਗਾ। ਸਖਤੀ ਕਰਨ ਦੀ ਲੋੜ ਹੈ ਇਸ ਚੀਜ਼ ਤੇ, ਜ਼ੀਰੋ ਟੋਲਰੈਂਸ ਦੀ ਲੋੜ ਹੈ ਕਿ ਬਈ ਇਹ ਚੀਜ਼ ਤੇ ਅਸੀਂ ਅਸੈਪਟ ਹੀ ਨਹੀਂ ਕਰ ਸਕਦੇ ਕਿ ਇਹ ਤੁਸੀਂ ਕਰ ਕਿਵੇਂ ਦਿੱਤਾ। ਇਹ ਸਾਡੇ ਦੇਸ਼ ਦੇ ਫਿਊਚਰ ਦਾ ਸਵਾਲ ਹੈ। ਹੁਣ ਤੁਸੀਂ ਇਮੈਜਿਨ ਕਰੋ, ਜਿਹੜੀ ਕੁੜੀ ਫੜੀ ਗਈ ਹੈ ਉਹਦੀ ਫੈਮਿਲੀ ਤੇ ਕੀ ਬੀਤੇਗੀ, ਉਹਨਾਂ ਨੂੰ ਕਿਸ ਪ੍ਰੋਸੈਸ ਦੇ ਥਰੂ ਜਾਣਾ ਪਏਗਾ। ਉਹਦੇ ਭਰਾ ਭੈਣ ਜੇ ਹੋਣਗੇ, ਰਾਈਟ, ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ, ਉਹ ਵੀ ਲੇਬਲ ਹੋ ਜਾਣਗੇ। ਬਿਲਕੁਲ ਠੀਕ ਹੈ ਨਾ। ਇਸ ਕਰਕੇ ਇਹ ਚੀਜ਼ ਦੇ ਉੱਤੇ ਜ਼ੀਰੋ ਟੋਲਰੈਂਸ ਪਾਲਿਸੀ
ਕਿ ਜਦੋਂ ਜਿਹੜਾ ਬੰਦਾ ਫੜਿਆ ਗਿਆ ਉਹਦੇ ਉੱਤੇ ਸਟ੍ਰਿਕਟ ਐਕਸ਼ਨ, ਜਿਹੜਾ ਉਸ ਏਰੀਆ ਦਾ ਇੰਚਾਰਜ ਹੈ ਉਹਦੇ ਉੱਤੇ ਸਟ੍ਰਿਕਟ ਐਕਸ਼ਨ, ਜੇ ਉਹਨੇ ਨਹੀਂ ਫੜਿਆ ਜਾਂ ਕਿਸੇ ਹੋਰ ਨੇ ਫੜਿਆ ਤੇ ਥੋੜ੍ਹੇ ਜਿਹੇ ਇੱਥੇ ਮੀਡੀਆ ਨੂੰ ਵੀ ਕਾਫੀ ਉਹ ਕਰਨ ਦੀ ਲੋੜ ਹੈ, ਆਇਡੈਂਟੀਫਾਈ ਕਰਨ ਦੀ ਲੋੜ ਹੈ, ਥੋੜ੍ਹੇ ਸਟਿੰਗ ਆਪਰੇਸ਼ਨਸ ਕਰਨ ਦੀ ਲੋੜ ਹੈ ਕਿ ਕਿੰਨੀ ਆਸਾਨੀ ਨਾਲ ਨਸ਼ਾ ਕਿੱਥੇ ਅਵੇਲੇਬਲ ਹੈ। ਹਜੇ ਵੀ ਨਸ਼ਾ ਬੜੀ ਆਸਾਨੀ ਨਾਲ ਅਵੇਲੇਬਲ ਹੈ, ਇਟ ਇਜ਼ ਜਸਟ ਲਾਈਕ ਬਾਇੰਗ ਅ ਚਾਕਲੇਟ ਜੀ, ਹੈ ਨਾ। ਤੇ ਜਦ ਇੰਨੀ ਆਸਾਨੀ ਨਾਲ ਨਸ਼ਾ ਤੁਹਾਡੇ ਇੱਥੇ ਅਵੇਲੇਬਲ ਹੋਏਗਾ ਤੇ ਯੂਥ ਆਪਣੇ ਆਪ ਹੀ ਫਸੇਗਾ ਉਸ ਵਿੱਚ। ਯੂਥ ਦੇ ਵਿੱਚ ਉਹਨਾਂ ਸੈਲਫ ਡਿਸਿਪਲਿਨ ਨਹੀਂ ਹੁੰਦਾ ਤੇ ਪਹਿਲੀ ਗੱਲ ਤਾਂ ਆਪਾਂ ਸਿਖਾ ਵੀ ਨਹੀਂ ਰਹੇ, ਕਾਲਜਾਂ ਤੋਂ ਤਾਂ ਉਹਨਾਂ ਦਾ ਧਿਆਨ ਵੈਸੇ ਹੀ ਹਟ ਗਿਆ, ਉਹਨਾਂ ਦੇ ਰੋਲ ਮਾਡਲ ਹੀ ਬਦਲ ਗਏ ਨੇ, ਤੇ ਸਹੀ ਰੋਲ ਮਾਡਲ ਵੀ ਉਹਨਾਂ ਦੇ ਸਾਹਮਣੇ ਲਿਆਉਣ ਦੀ ਲੋੜ ਹੈ। ਜੀ ਸਰ ਨੈਕਸਟ ਸੈਗਮੈਂਟ ਵੱਲ ਤੁਰਦੇ ਹਾਂ, ਨੈਸ਼ਨਲ ਨਿਊਜ਼, ਨੈਸ਼ਨਲ ਅਪਡੇਟਸ। PM Modi to meet delegation of members of the community, Sikh community at Lok Kalyan in Delhi. देखो इट्स अ वेरी गुड इनिशिएटिव ਜਿਹੜੇ ਪ੍ਰੋਮਿਨੈਂਟ ਸਿੱਖ ਪਰਸਨੈਲਿਟੀਜ਼ ਨੇ। ਇਨਫੈਕਟ ਆਈ ਐਮ ਵੈਰੀ ਪ੍ਰਾਊਡ ਟੂ ਸੇ ਕਿ ਵਨ ਆਫ ਮਾਈ ਕੋ-ਫਾਊਂਡਰਸ ਆਫ ਪੰਜਾਬ ਟੁਡੇ ਮਿਸਟਰ ਬਲਦੇਵ ਕੰਗ, ਹੀ ਇਜ਼ ਆਲਸੋ ਵਨ ਆਫ ਦ ਇਨਵਾਈਟੀਜ਼। The top businessmen, top thinkers, top intellectual from Sikh community, if they participate, it will integrate everything. ਅੱਜ ਉਹ ਮਿਲਦੇ ਪਏ ਨੇ। ਅਨਫੋਰਚੂਨੇਟਲੀ ਪੰਜਾਬ ਦੇ ਵਿੱਚ ਇਹੋ ਜਿਹੇ ਕਲੈਸ਼ ਹੋ ਰਹੇ ਨੇ ਪਟਿਆਲਾ 'ਚ, ਵੇਅਰ ਕਿ ਸੈਪਰੇਟਿਸਟ ਮੂਵਮੈਂਟ ਦੇ ਅਗੇਂਸਟ ਕੁਝ ਆਹਵਾਨ ਕੀਤਾ ਗਿਆ, ਐਂਡ ਸੋ ਥੀਸ ਥਿੰਗਸ ਆਰ ਵੈਰੀ ਵੈਰੀ ਡੇਂਜਰਸ। ਬਟ ਕੁਡੋਸ ਟੂ ਦੀ ਸੈਂਟਰਲ ਗੌਰਮੈਂਟ, ਟੂ ਦੀ ਪ੍ਰਾਈਮ ਮਿਨਿਸਟਰ ਕਿ ਉਹ ਸਾਨੂੰ ਪੰਜਾਬੀਆਂ ਨੂੰ ਨੈਸ਼ਨਲੀ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਐਂਡ ਇਟ ਇਜ਼ ਅ ਵੈਰੀ ਗੁੱਡ ਇਨੀਸ਼ੀਏਟਿਵਸ। ਅਤੇ ਸਾਰੀਆਂ ਜਿਹੜੀਆਂ ਪ੍ਰੋਮੀਨੈਂਟ ਪਰਸਨੈਲਿਟੀਜ਼ ਉੱਥੇ ਗਈਆਂ ਨੇ, ਦੇ ਕੈਨ ਸ਼ੇਅਰ ਲੋਟ ਆਫ ਇਨਸਾਈਟਸ ਕਿ ਚੈਲੰਜ ਕੀ ਆ, ਰਾਈਟ। ਕਿਉਂ ਕਈ ਬਾਰ ਲਾਅ ਐਂਡ ਆਰਡਰ ਸਿਚੁਏਸ਼ਨ ਸੈਪਰੇਟਿਸਟ ਆਪਣਾ ਸਿਰ ਕਿਉਂ ਚੁੱਕਦੇ ਨੇ? ਫੋਰਨ ਇਨਸਟੀਗੇਸ਼ਨ ਤਾਂ ਹੈਗੀ ਆ, ਪਰ ਉਹਨਾਂ ਨੂੰ ਗੱਲਾਂ ਵਿੱਚ ਲਿਆਉਣਾ ਸੈਪਰੇਟਿਸਟ ਮੂਵਮੈਂਟ ਲਈ ਸਾਡੀ ਲੋਕਲ ਪਾਪੂਲੇਸ਼ਨ ਨੂੰ ਇਨਸਟੀਗੇਟ ਕਿਉਂ ਇੰਨੀ ਆਸਾਨੀ ਨਾਲ ਕੀਤਾ ਜਾ ਸਕਦਾ? ਇਹ ਨਾ ਹੋਵੇ। majority of Punjabis, they know they are part of India, they are very well integrated, ਪਰ 1% ਲੋਕੀ ਵੀ ਜੇ ਇਨਸਟੀਗੇਸ਼ਨ ਕਰਨ, ਉਹ ਪੂਰਾ ਮਾਹੌਲ ਖਰਾਬ ਕਰ ਦਿੰਦੇ ਨੇ। ਤੇ ਉਹ ਜਿਹੜਾ ਛੋਟਾ ਜਿਹਾ ਮਿਨੋਰਿਟੀ ਨੰਬਰ ਹੈ ਨਾ, ਉਹ ਮਾਹੌਲ ਖਰਾਬ ਕਰਦਾ ਪਿਆ। ਤੇ ਉਹਨੂੰ ਕੰਟਰੋਲ 'ਚ ਕਰਨ ਲਈ, ਨਰੇਟਿਵ ਨੂੰ ਕੰਟਰੋਲ 'ਚ ਕਰਨ ਲਈ, ਤਾਂ ਕਿ ਜਿਹੜਾ ਆਪਸ ਦੇ ਵਿੱਚ ਮਤਭੇਦ ਨਾ ਪੈਦਾ ਹੋ ਸਕਣ, ਇਸ ਤਰ੍ਹਾਂ ਦੀਆਂ ਮੀਟਿੰਗਸ ਬਹੁਤ ਜ਼ਰੂਰੀ ਨੇ। ਤੇ ਇਹ ਸਾਰੇ ਜਿਹੜੇ ਪਰਸਨੈਲਿਟੀਜ਼ ਨੇ, ਦੇ ਆਰ ਨਾਟ ਜਸਟ ਪੋਲੀਟੀਕਲ ਪਰਸਨੈਲਿਟੀਜ਼, ਦੇ ਆਰ ਥਿੰਕਰਸ। ਉਹ ਬਿਜ਼ਨਸ ਦੇ ਵਿੱਚ, ਸੋਸ਼ਲ ਸਰਵਿਸ ਦੇ ਵਿੱਚ, ਅਲੱਗ-ਅਲੱਗ ਫੀਲਡ 'ਚ, ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਕਮਾਇਆ ਹੋਇਆ ਹੈ। ਤੇ ਆਪਾਂ ਪੰਜਾਬੀਆਂ ਨੂੰ ਇਹਨਾਂ ਪੋਜ਼ੀਟਿਵ ਚੀਜ਼ਾਂ ਦੇ ਨਾਲ ਜਦੋਂ ਜੋੜਾਂਗੇ, ਇਸ ਤਰ੍ਹਾਂ ਦੇ ਰੋਲ ਮਾਡਲ ਜਦੋਂ ਸਾਹਮਣੇ ਆਉਣਗੇ, ਇੱਕ ਜਿਹੜਾ ਇੱਕ ਨੈਸ਼ਨਲ ਇਸ ਵੇਲੇ ਫਰਵਰ ਹੈ, ਜਿਹੜੀ ਨੈਸ਼ਨਲ ਇੱਕ ਆਪਾਂ ਪੇਸ ਫੜਿਆ ਹੋਇਆ ਹੈ ਟੂਵਰਡਸ ਤਰੱਕੀ ਵੱਲ, ਇਕਨੋਮਿਕ ਗਰੋਥ ਵੱਲ, ਸੈਲਫ ਰਿਲਾਇੰਸ ਵੱਲ, ਸਾਨੂੰ ਪੰਜਾਬ ਨੂੰ ਉਹਦਾ ਪਾਰਟ ਬਣਾਉਣਾ ਹੈ। ਆਪਾਂ ਹੈਗੇ ਹਾਂ, ਪਰ ਸਮਹਾਓ ਆਪਾਂ ਪਿਛੜਦੇ ਜਾ ਰਹੇ ਹਾਂ। ਸਾਡੇ ਜਿਹੜੀ ਇਕਨੋਮਿਕ ਸਟੇਟਸ ਹੈ ਉਹ ਦੱਸਦਾ ਪਿਆ। ਅਤੇ ਜਦੋਂ ਅਸੀਂ ਉਹ ਜਿਹੜੀ ਇੱਕ ਨੈਸ਼ਨਲ ਗਰੋਥ ਚੱਲਦੀ ਪਈ ਹੈ, ਜਿਹੜੀਆਂ ਨਵੇਂ ਇਨਫਰਾਸਟਰਕਚਰ ਆ ਰਹੇ ਨੇ, ਇਨਵੈਸਟਮੈਂਟਸ ਹੋ ਰਹੀਆਂ ਨੇ, ਜਿਹੜੀਆਂ ਗੌਰਮੈਂਟ, ਸੈਂਟਰਲ ਗੌਰਮੈਂਟ ਦੀਆਂ ਪੋਲਿਸੀਜ਼ ਨੇ, ਉਹਦਾ ਫਾਇਦਾ ਲੈਣਾ ਹੈ। ਅਤੇ ਆਪਾਂ ਹਮੇਸ਼ਾ ਕਹਿੰਦੇ ਹਾਂ ਸਟੇਟ ਗੌਰਮੈਂਟ ਐਂਡ ਸੈਂਟਰਲ ਗੌਰਮੈਂਟ, ਐਂਡ ਨਾਓ ਲੈਟਸ ਨਾਟ, ਹੁਣ ਗੌਰਮੈਂਟ ਇੱਕ ਹੋਰ ਇਨੀਸ਼ੀਏਟਿਵ ਕਰਦੀ ਪਈ ਕਿ ਸਿਰਫ ਗੌਰਮੈਂਟ ਲੈਵਲ 'ਤੇ ਕਿਉਂ, ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ। ਜਦੋਂ ਤੁਸੀਂ ਉੱਥੋਂ ਦੇ ਬੁੱਧੀਜੀਵੀਆਂ ਨੂੰ, ਇੰਟੈਲੈਕਚੁਅਲਸ ਨੂੰ ਨਾਲ ਜੋੜੋਗੇ, ਆਪਣੇ ਆਪ ਉਹ ਮੈਸੇਜ ਹੋਰ ਬੈਟਰ ਜਾਏਗਾ। ਉਹ ਪੰਜਾਬ ਦਾ ਜਿਹੜੇ ਇਸ਼ੂਜ਼ ਨੇ, PM ਕੋ ਜ਼ਿਆਦਾ ਬੈਟਰ ਤਰੀਕੇ ਨਾਲ ਰੱਖ ਪਾਉਣਗੇ। ਅਤੇ PM ਹੈਜ਼ ਆਲਰੇਡੀ ਸ਼ੋਨ ਲੋਟ ਆਫ ਹਿਜ਼ ਵਿਲਿੰਗਨੈਸ। ਉਹਨਾਂ ਦੇ ਮਨ ਦੇ ਵਿੱਚ ਪੰਜਾਬੀਆਂ ਲਈ ਜੋ ਰਿਗਾਰਡ ਹੈ, ਜੋ ਸਿੱਖ ਕਮਿਊਨਿਟੀ ਲਈ ਰਿਗਾਰਡ ਹੈ, ਹੀ ਇਜ਼ ਸ਼ੋਇੰਗ ਇਟ ਅਗੇਨ ਐਂਡ ਅਗੇਨ। ਐਂਡ ਆਈ ਥਿੰਕ ਨਾਓ ਸਿੱਖ ਕਮਿਊਨਿਟੀ ਐਂਡ ਪੰਜਾਬੀ ਕਮਿਊਨਿਟੀ ਸ਼ੁੱਡ ਟੇਕ ਐਡਵਾਂटेज ऑफ दैट। ये साढ़े लिए एक बहुत बड़ी एज बन सकती है। जी सर, प्रशांत किशोर जी की हम कल बात कर रहे थे कांग्रेस में शामिल होने की। जब उनसे पूछा गया लीडरशिप फार्मूला के बारे में, तो उन्होंने कहा कि 8 से 9 घंटे की प्रेजेंटेशन में ना ही राहुल गांधी और ना ही प्रियंका जी शामिल थे उनके सो कॉल्ड लीडरशिप फार्मूला में। सो हाउ लीडिंग दिस लीडरशिप फार्मूला कैन बी? देखो, अगर वो कह रहे हैं कि भाई सोनिया गांधी जी लीडर रहे हैं और राहुल गांधी और प्रियंका गांधी का उसका पार्टनर बनाया जाए, देखो एट द एंड ऑफ द डे मेरे ये प्रूव कर चुकी हैं सोनिया गांधी जी की वो कांग्रेस की प्रेसिडेंट से ज़्यादा वो राहुल गांधी और प्रियंका गांधी की माँ है। उनके लिए वो ज़्यादा इंपॉर्टेंट है। तो वो अपने बच्चों के अलावा इमेजिन नहीं कर सकती कांग्रेस। तो ये फॉर्मूला तो फेल ही होना था। और प्रशांत किशोर जी भी बड़े समझदार हैं, उनको भी वो सेल्समैन है, उनको भी पता कि ये प्रोडक्ट आगे बेचना बहुत टफ है। इम्पॉसिबल तो कुछ भी नहीं होता, पर बहुत टफ है। हमने उस दिन बोला था कि वो जितने मर्जी इंटेलिजेंट हो, पर जादूगर तो है नहीं, इस वक्त तो मिरेकल की ज़रूरत है। तो वो काइंड ऑफ उन्होंने फॉर्मूला ही ऐसा दिया कि भाई उनके ऊपर बात ही ना आए। वो पोलाइटली उन्होंने मना भी कर दिया, राइट, बिना मना किए मना कर दिया, क्योंकि उन्होंने रिजेक्ट कर दिया, उन्होंने फॉर्मूला ही ऐसा दे दिया। और मेरे को नहीं लगता है कि प्रशांत किशोर इतनी
यू नो ही माइट बी अ स्ट्रेटजिस्ट, वो इतना बड़ा उनका इम्पैक्ट फैक्टर नहीं है कि वो कांग्रेस को 2024 में ग्रोथ दे पाए। मेरा एनालिसिस ये कहता है कि उनकी जो भी लास्ट सीटें थी लास्ट इलेक्शन में, उससे कम ही होने वाली हैं। रीजनल पार्टीज नंबर लेंगी, बट आज की डेट में नेशनल इंटीग्रेशन जो है, या ये एक नेशनलिस्टिक व्यू हर जगह पे बढ़ रहा है। कुछ स्टेट्स हैं जहाँ पे रीजनलिज्म की बात होती है, कुछ पॉलिटिकल इंटरेस्ट के कारण बढ़ाया जाता है, पर मोर और ज़्यादा से ज़्यादा लोग अब और नेशनलिस्ट, वन इंडिया व्यू पॉइंट के बनते जा रहे हैं। तो विच इज़ गुड फॉर द कंट्री। जो हमारे अंदर रूल एंड डिवाइड एंड रूल जो इतने दिनों से अंग्रेज़ों ने हमारे अंदर डाला हुआ था, आज हम उससे उबर पा रहे हैं। आज हम अपने आप को एक मान रहे हैं इन ट्रू सेंस। तो ये हमारी एक एक्चुअल में हमारी डेमोक्रेसी की, फ्रीडम की जो एक्चुअल विक्ट्री है, वो आज हमें नज़र आनी शुरू हो रही है पिछले कुछ सालों में। बिल्कुल सर, आखिरी सवाल पे आते हैं। सेंटर इज वर्किंग स्पीडली टू रिवॉक स्पेशल पावर एक्ट, अफ्स्पा एक्ट फ्रॉम द एंटायर नॉर्थ ईस्ट. How do you take this revocation and why this decision is significant now? And I would really like to ask कि why AFSPA had been imposed in the first place? देखो, हमने जो अभी बात की, ये उसी के अंदर ही इसका भी आंसर है, नेशनल इंटीग्रेशन। पहले नॉर्थ ईस्ट को, सर्टन स्टेट्स को एक इंटीग्रेशन सही तरीके से की नहीं गई, ना वहाँ पे इंफ्रास्ट्रक्चर डेवलप किया गया, राइट, ना ही उनके इश्यूज को सीरियसली लिया गया, राइट। हर कोई बस अपनी पावर और एक सर्टन हिंटरलैंड, जो मेन नॉर्थ इंडियन हिंटरलैंड पे हमारे जो सेंट्रल गवर्नमेंट रही, उनका ध्यान इसी तरफ रहा। और आज ट्रूली वन इंडिया, हर पार्ट को इंटीग्रेट करने की तरफ करंट गवर्नमेंट जो करंट डिस्पोजिशन है सेंट्रल में बीजेपी की, उनका इंटरेस्ट है कि हर पार्ट को जोड़ा जाए। इतना इंफ्रास्ट्रक्चर डेवलपमेंट हो रहा है, अपने आप पीस आएगी। ऑलरेडी 75% एरिया से अफ्स्पा हट चुका है, और अफ्स्पा भी अगेन कम्स फ्रॉम, मैं बार बार बात करता हूँ, ये लाइटली नहीं करता कि कॉलोनियल रूल के टाइम से ये थे, क्योंकि हम एक सब्जुगेटेड थे, तो वहाँ पे अथॉरिटीज़ को बहुत पावर दी जाती थी कि कोई भी इंस्टिगेशन, कोई भी ऐसी चीज़ हो जो अनरेस्ट क्रिएट करे, आप स्ट्रॉन्ग एक्शन ले सकते हो। वो अपने ही देश के लोगों के लिए बनाए हुए रूल नहीं है, वो जब आप किसी दूसरे देश में रूल कर रहे होते हो, उस तरह से बनाए हुए रूल हैं। और अनफॉर्चुनेटली आज भी हमारे काफ़ी लीगल प्रावधान ऐसे हैं जो अंग्रेज़ों ने एक गुलाम देश के लिए बनाए थे, और हम आज भी अपनी जनता पे वही रूल लगा रहे हैं, है ना। हमारी काफ़ी पॉलिसीज ऐसी हैं कि जहाँ पे जो कॉमन पब्लिक है, राइट, उसको एक एक अलग नीचे वाला दर्जा दिया जाता है कि एक एलीट है, क्योंकि ये अंग्रेज़ों के बनाए हुए रूल थे। तो अफ्स्पा भी उसी का ही एक पार्ट है कि भाई जहाँ पे भी ज़्यादा अनरेस्ट हो, तो आप पुलिस को या भी जो भी मिलिट्री थी उसको ऐसी पावर दे देते थे कि आप जो मर्जी करके बस इसको ख़त्म करो, क्योंकि वो आपकी पॉपुलेशन तो थी नहीं, वो तो आपके गुलाम लोग थे। तो अनफॉर्चुनेटली पिछले 60-70 सालों में इस पर बहुत ज़्यादा काम नहीं हुआ। आज नाउ ट्रूली गवर्नमेंट इज़ वर्किंग फॉर पीपल ऑफ इंडिया। आज हमें ये देखना है कि भाई 75% एरिया से हट गया है, धीरे धीरे ये और एरिया से हटे। अब जैसे वहाँ पे बॉर्डर इश्यूज थे असम और मेघालय के बीच में, राइट, ऐसे ही जो कुछ रिबेल ऑर्गेनाइजेशंस थी, उनको भी नेशनल फोल्ड में, मेन स्ट्रीम में जोड़ा जा रहा है। तो जैसे पीस बढ़ेगी, अपने आप इस तरह के जो ड्रैकोनियन रूल्स हैं उनको हटाया जाएगा। और मैं ये चाहता हूँ कि अगली बार ऐसे रूल आएँ जो इस तरह से आए कि ये सब हमारे ही लोग हैं, राइट। पहले कुछ इनडिफरेंस के कारण कि उस तरफ ध्यान नहीं दिया गया और उस तरफ इंफ्रास्ट्रक्चर, इकोनॉमिक एक्टिविटी में इंटीग्रेट नहीं किया, तो मेन नेशनली इंटीग्रेट करना नॉर्थ ईस्ट को इस गवर्नमेंट की एक मेजर मैं सफलता मानता हूँ। इस करंट गवर्नमेंट ने नॉर्थ ईस्ट को बड़े अच्छे तरीके से इंटीग्रेट किया है। अब होता क्या था, पहले जब कुछ स्पेशल पावर्स मिलती थी, चाहे धारा 370 की बात कर लें, इट वाज अ टेम्परेरी, चाहे कोई भी जो भी प्रिंसली स्टेट इंडिया से जुड़ी, एक ही सेम डॉक्यूमेंट से जुड़ी, इंस्ट्रूमेंट ऑफ असेशन वाज सेम, उसमें कोई फर्क नहीं था। धारा 370 एक टेम्परेरी प्रोविजन थी। पर धीरे धीरे क्या हुआ कि वहाँ के पॉलिटिशियंस का और यहाँ के पॉलिटिशियन का उसमें उनको एक आर्बिट्राज की अपॉर्चुनिटी मिल गई कि इसके अंदर उनकी अकाउंटेबिलिटी खत्म हो गई, कुछ एलीट उसका फ़ायदा उठाना शुरू हो गए, और फिर फॉरेन पाकिस्तान की प्रोवोकेशन के कारण कुछ हुर्रियत जैसी पार्टियों को दोनों तरफ से फंड्स मिलने शुरू हो गए। तो उन्होंने अपने कुछ एलीट फैमिलीज़ के बेनिफिट के लिए उस धारा 370 को, जो ब्रिज का काम करना था, उसको बैरियर बना दिया कश्मीर। और आज उन जो हिस्टोरिकल मिस्टेक्स हैं उनको करेक्ट किया जा रहा है। और ये देश जब जैसे एक होगा, जैसे हम अपने आप को, हम अपनी कॉमनैलिटीज़ को जो हमारे अंदर कॉमन है उसको भी अप्रिशिएट करेंगे, और डिफरेंसेस को अपने आप ही फिर अप्रिशिएट करना शुरू कर देंगे, तो लॉन्ग टर्म में लॉ एंड ऑर्डर, पीस
ज़्यादा बेटर रहेगा। दुश्मन देश हमारे अंदर के डिफरेंसेस का बेनिफिट नहीं उठा पाएंगे एंड अल्टीमेटली इट विल लीड टू बेटर इकोनॉमिक डेवलपमेंट, राइट, बेटर क्वालिटी ऑफ लाइफ फॉर आवर पीपल, और अपने आप अलग अलग जगह से इन्वेस्टमेंट भी यहाँ पे आएंगे। थैंक यू सो मच फॉर योर व्यूज सर, इंसाइटफुल इंडीड। ऐसे ही इम्पॉर्टेंट अपडेट्स के डीप एनालिसिस के लिए जुड़े रहिए हमारे चैनल के साथ। धन्यवाद।